सतगुर की जिसनों मत आवे सो सतगुर माही समाना। इह बाणी जो जियों जाने तिस अंतर रवे हर नामा। बाणी गुरु गुरु है बाणी विच बाणी अमृत सारे। गुर बाणी कहे सेवक जन मान। परतख गुरु निस्तारे। बाणी बिरलो विचारसी जे को गुरमुख होए। एह बाणी महापुरख की निज कर वासा होए। जतन बहुत सुख के किए दुख को कियो न कोए। कहो नानक सुन रे मना हर पावे सो होए। जतन बहुत सुख के किए दुख को कियो न कोए। कहो नानक सुन रे मना हर पावे सो होए। वाहिगुरु जी का खालसा वाहिगुरु जी की फतेह। श्लोक महला नौवां। इस बाणी दे विचों एक श्लोक का पाठ अज आप जी ने सरवण किया है। इस श्लोक की विचार सिख कौम के महान विद्वान बाबा बंता सिंह जी मुख सेवादार संप्रदाय बाबा बिधि चंद साहिब मुंडा पिंड वाले आप जी नूं सरवण करवाउणगे। 2 दिन का उन्हां दा समा है साडे पास। अज पंजवें पातशाह शहीदां दे सरताज शांति दे पुंज बाणी दे बोहित सतगुरु
ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਵਿੱਤਰ ਪਾਵਨ ਪ੍ਰਕਾਸ਼ ਗੁਰਪੁਰਬ ਹੈ। ਆਪ ਸਾਰੀਆਂ ਸੰਗਤਾਂ ਨੂੰ ਸਮੂਹ ਨਾਨਕ ਨਾਮ ਲੇਵਾ ਸੰਸਾਰ ਨੂੰ ਲੱਖ ਲੱਖ ਵਧਾਈਆਂ। ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦਾ ਪ੍ਰਕਾਸ਼ ਬੀਬੀ ਭਾਨੀ ਜੋ ਗੁਰੂ ਰਾਮਦਾਸ ਜੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਸੁਪੁੱਤਰੀ ਸਨ। ਗੁਰੂ ਰਾਮਦਾਸ ਮਹਾਰਾਜ ਦੇ ਮਹਿਲ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਦੇ ਮਹਿਲ ਦਾ ਨਾਮ ਅਸੀਂ ਬੋਲਾਂਗੇ ਫਿਰ ਮਾਤਾ ਭਾਨੀ ਕਹਿਣਾ ਪਵੇਗਾ ਸਾਨੂੰ, ਪਰ ਜੋ ਇਤਿਹਾਸ ਦੇ ਵਿੱਚ ਸ਼ਬਦ ਹੈ ਉਹ ਬੀਬੀ ਭਾਨੀ ਹੀ ਹੈ। ਸੋ ਉਹਨਾਂ ਦੀ ਕੁੱਖ ਤੋਂ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਘਰ ਗੋਇੰਦਵਾਲ ਸਾਹਿਬ ਹੋਇਆ ਸੀ। ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਭੱਟ ਸਾਹਿਬਾਨਾਂ ਨੇ ਇੰਜ ਸੱਚੇ ਪਾਤਸ਼ਾਹ ਜੀ ਦੇ ਇਸ ਆਗਮਨ ਦਾ ਆਪਣੀ ਬਾਣੀ ਦੇ ਵਿੱਚ ਇਹ ਇਤਿਹਾਸਕ ਪੱਖ ਹੈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜਨਮ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਹੋਇਆ। ਸੋ ਆਪ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਬਹੁਤ ਬਹੁਤ ਵਧਾਈਆਂ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਗੁਰੂ ਘਰ ਦੀ ਸੇਵਾ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹੌਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਵਲੰਟੀਅਰ ਸੇਵਾ ਮੁੜ ਆਰੰਭ ਕੀਤੀ ਗਈ ਹੈ। ਪੁਰਾਣੇ ਕਾਰਡ ਨਹੀਂ ਮੰਨੇ ਜਾਣਗੇ। ਪੁਰਾਣੇ ਕਾਰਡ ਦੇ ਕੇ ਆਪ ਜੀ ਨਵੇਂ ਲੈ ਸਕਦੇ ਹੋ। ਅੱਗੋਂ ਜਿਨ੍ਹਾਂ ਬੱਚਿਆਂ ਨੇ, ਵੀਰਾਂ ਨੇ, ਭੈਣਾਂ ਨੇ ਸੇਵਾ ਕਰਨੀ ਹੈ ਉਹ ਆਪਣੇ ਆਧਾਰ ਕਾਰਡ ਦੀ ਕਾਪੀ ਦੇ ਕੇ ਵਲੰਟੀਅਰ ਕਾਰਡ ਬਣਵਾ ਸਕਦੇ ਹਨ। 550 ਬੱਚੇ ਜੋ 550 ਸਾਲਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ 'ਤੇ ਆਪਾਂ ਅਡਾਪਟ ਕੀਤੇ ਸੀ ਕਿ ਬੱਚਿਆਂ ਨੂੰ ਜਿਨ੍ਹਾਂ ਦੇ ਮਾਤਾ ਪਿਤਾ ਜਾਂ ਕੋਈ ਇੱਕ ਨਹੀਂ ਹੈ ਜਾਂ ਉਹ ਮਾਂ-ਬਾਪ ਜਿਹੜੇ ਚੰਗੇ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਫੀਸਾਂ ਦੇ ਕੇ ਨਹੀਂ ਪੜ੍ਹਾ ਸਕਦੇ, ਉਹਨਾਂ ਬੱਚਿਆਂ ਨੂੰ ਅਡਾਪਟ ਕੀਤਾ ਸੀ। ਅੱਗੋਂ ਵਾਸਤੇ ਉਸ ਸੇਵਾ ਨੂੰ ਆਪਾਂ ਆਰੰਭ ਕਰੀਏ ਕਿਉਂਕਿ ਸਕੂਲ ਖੁੱਲ੍ਹ ਚੁੱਕੇ ਨੇ, ਬੱਚੇ ਆ ਰਹੇ ਹਨ ਤਾਂ ਕਿ ਉਹਨਾਂ ਦੀ ਪੜ੍ਹਾਈ ਨਿਰੰਤਰ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰੂ ਨਾਨਕ ਪਤਤ ਉਦਾਹਰਣ ਹੈ।
ਤਰਨ ਗਗਨ ਨਵ ਖੰਡ ਮਹਿ, ਜੋਤ ਸਵਰੂਪੀ ਰਹਿਓ ਪਰ, ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪਰਤਖ ਹਰ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਬੜੀ ਸਹਿਜਤਾ ਦੇ ਨਾਲ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾ ਆਪ ਸੰਗਤ ਨੂੰ ਤੁਰਕੀ ਬਾਣੀ ਦਾ ਫੁਰਮਾਨ ਸਰਵਣ ਕਰਵਾਇਆ ਹੈ। ਆਓ ਇਸ ਅਗੰਮੀ ਬਾਣੀ ਦੀ ਵਿਆਖਿਆ ਨਾਲ ਜੁੜ ਕਰਕੇ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਤਨ ਬਹੁਤ ਸੁਖ ਕੇ ਕੀਏ, ਦੁਖ ਕੋ ਕੀਓ ਨਾ ਕੋਏ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਪਵਿੱਤਰ ਬਾਣੀ, ਇਹ ਪਾਵਨ ਸ਼ਲੋਕ 1428 ਅੰਗ ਉੱਪਰ ਦਰਜ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇਸ ਸ਼ਲੋਕ ਦੇ ਵਿੱਚ ਕਰਤਾ ਹਰਤਾ ਪਰਮੇਸ਼ਵਰ ਨੂੰ ਮੰਨਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਜ਼ਿੰਦਗੀ ਵਿੱਚ ਸੁੱਖ ਨੇ, ਦੁੱਖ ਨੇ, ਰੋਗ ਨੇ, ਸੋਗ ਨੇ, ਖੁਸ਼ੀਆਂ ਨੇ, ਖੇੜੇ ਨੇ, ਸਭ ਪਰਮਾਤਮਾ ਦੇ ਹੁਕਮ ਵਿੱਚ ਹੈ। ਇਸ ਦਾਅਵੇ ਨੂੰ ਖੰਡਿਤ ਕਰਦੇ ਨੇ ਜੋ ਇਨਸਾਨ ਕਰਦਾ ਹੈ ਵੀ ਮੈਂ ਕਰਤਾ ਹਾਂ, ਮੈਂ ਕਰਨ ਵਾਲਾ ਹਾਂ। ਕਹਿੰਦੇ ਬੰਦੇ ਤੂੰ ਸੁੱਖਾਂ ਦੀ ਪ੍ਰਾਪਤੀ ਲਈ ਬੜੇ ਯਤਨ ਕਰਦਾ ਹੈ, ਉਦਮ ਕਰਦਾ ਹੈ, ਉਪਰਾਲੇ ਕਰਦਾ ਹੈ, ਤੇਰੀ ਕੋਸ਼ਿਸ਼ ਹੁੰਦੀ ਹੈ ਤੈਨੂੰ ਸੁੱਖ ਮਿਲੇ। ਸੁੱਖ ਦੀ ਇੱਛਾ ਜ਼ਾਹਰ ਕਰਦਾ ਹੈ, ਫਿਰ ਮੁਸ਼ੱਕਤ ਘਾਲਦਾ ਹੈ ਖੁਸ਼ੀਆਂ ਮਿਲਣ। ਕਹਿੰਦੇ ਲੋਚਦਾ ਸੁੱਖ ਹੈ, ਸੁੱਖ ਦੇ ਵਿਪਰੀਤ ਜੀਵਨ ਵਿੱਚ ਤੇਰੇ ਦੁੱਖ ਆ ਜਾਂਦਾ ਹੈ, ਖੇਚਲਾ ਆਉਂਦੀ ਹੈ, ਤਕਲੀਫ ਉਠਾਉਣੀ ਪੈਂਦੀ ਹੈ। ਸੋ ਤੂੰ ਕਦੇ ਇਹ ਨਹੀਂ ਕਿਹਾ ਵੀ ਮੈਂ ਦੁੱਖ ਲਈ ਯਤਨ ਕੀਤਾ ਹੈ। ਜਦੋਂ ਸੁੱਖ ਮਿਲਦਾ ਹੈ ਅਹੰਕਾਰ ਤੇਰਾ ਉੱਚੀ ਅਵਧੀ ਤੇ ਹੁੰਦਾ ਹੈ ਵੀ ਮੈਂ ਮੁਸ਼ੱਕਤ ਘਾਲੀ, ਸਹੂਲਤਾਂ ਸੁੱਖ ਇਕੱਠੇ ਕੀਤੇ ਨੇ। ਜਦੋਂ ਦੁੱਖ ਮਿਲਦਾ ਹੈ ਉਹ ਰੱਬ ਤੇ ਥੋਪ ਦਿੰਦਾ ਹੈ, ਆਂਢੀਆਂ ਗੁਆਂਢੀਆਂ ਤੇ ਥੋਪ ਦਿੰਦਾ ਹੈ। ਮਹਾਰਾਜ ਕਹਿੰਦੇ ਨੇ ਜੇ ਦੁੱਖ ਪਰਮੇਸ਼ਵਰ ਦਾ ਦਿੱਤਾ ਹੈ ਤੇ ਸੁੱਖ ਵੀ ਉਹਦਾ ਹੀ ਦਿੱਤਾ ਹੈ।
ਤੇ ਜੇ ਤੇਰੇ ਅਨੁਸਾਰ ਦੁਨੀਆ ਚੱਲੇ, ਤੂੰ ਕਦੇ ਵੀ ਦੁੱਖ ਨਹੀਂ ਮੰਗਿਆ, ਸੁੱਖ ਹੀ ਮੰਗਿਆ ਹੈ, ਫਿਰ ਦੁੱਖ ਤੇਰੇ ਜੀਵਨ ਵਿੱਚ ਆ ਕਿੱਥੋਂ ਗਏ? ਮਤਲਬ ਤੇਰੇ ਹੱਥ ਕੁਝ ਵੀ ਨਹੀਂ ਹੈ। ਤੂੰ ਆਪਣੇ ਆਪ ਨੂੰ ਕਰਤਾ ਸਮਝੀ ਬੈਠਾ ਹੈ। ਬਾਣੀ ਵਿੱਚ ਜਗ੍ਹਾ ਜਗ੍ਹਾ ਸਮਝਾਇਆ ਹੈ, ਸੁਖ ਕਉ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ, ਸੁਖ ਹੈ ਕਉ ਦੁੱਖ ਅਗਲਾ, ਮਨ ਮੁਖ ਬੂਝ ਨਾ ਹੋਏ। ਮਹਾਰਾਜ ਕਹਿੰਦੇ ਸਾਰੇ ਸੁੱਖ ਮੰਗਦੇ ਨੇ, ਦੁੱਖ ਕਦੇ ਕਿਸੇ ਨੇ ਨਹੀਂ ਮੰਗਿਆ, ਪਰ ਸੁੱਖ ਦਾ ਦੂਜਾ ਪਾਸਾ ਦੁੱਖ ਹੈ। ਜਿਵੇਂ ਸਿੱਕੇ ਦੇ ਦੋ ਪਾਸੇ ਨੇ, ਇੱਕ ਸੁੱਖ ਹੈ, ਇੱਕ ਦੁੱਖ ਹੈ। ਜੇ ਜੀਵਨ ਵਿੱਚ ਸੁੱਖ ਆਇਆ ਹੈ, ਉਹਨੇ ਦੁੱਖ ਵਿੱਚ ਤਬਦੀਲ ਹੋਣਾ ਹੀ ਹੈ। ਪੈਸਾ ਆਇਆ, ਖੁਸ਼ੀ ਚੜ੍ਹ ਗਈ, ਇਹ ਸਦਾ ਰਹਿੰਦਾ ਨਹੀਂ ਕੋਲ। ਜਦੋਂ ਘਾਟਾ ਪੈਂਦਾ ਹੈ, ਅਸੀਂ ਦੁਖੀ ਹੁੰਦੇ ਹਾਂ। ਘਰ ਵਿੱਚ ਔਲਾਦ ਪੈਦਾ ਹੁੰਦੀ ਹੈ, ਖੇੜਾ ਆਇਆ, ਔਲਾਦ ਦੇਵਨੇਤ ਨਾਲ ਮਿਟ ਗਈ, ਅਸੀਂ ਦੁਖੀ ਹੁੰਦੇ ਹਾਂ। ਕਿਸੇ ਸਿਆਸੀ ਬੰਦੇ ਨੂੰ ਤਖਤ ਮਿਲਿਆ, ਖੇੜਾ ਆਇਆ, ਕੁਰਸੀ ਹੱਥੋਂ ਨਿਕਲ ਗਈ, ਕੰਧਾਂ ਵਿੱਚ ਟੱਕਰਾਂ ਮਾਰੇਗਾ। ਦੁਨੀਆ ਵਿੱਚ ਜਿਤਨੇ ਵੀ ਸੁੱਖ ਨੇ, ਉਹਦਾ ਅਗਲਾ ਪਾਸਾ ਦੁੱਖ ਹੈ। ਮਨਮੁਖ ਇਹ ਸਮਝ ਨਹੀਂ ਪਾਉਂਦਾ। ਸੋ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਸਮਝਾਉਂਦੇ ਨੇ, ਸੁੱਖ ਲਈ ਯਤਨ ਕੀਤੇ, ਚਾਹੁੰਦਾ ਸੁੱਖ ਹੈ, ਸੁੱਖ ਤੋਂ ਬਾਅਦਾ ਦੁੱਖ ਵੀ ਆ ਗਿਆ। ਇਹਦਾ ਮਤਲਬ ਹੈ ਜੋ ਤੂੰ ਚਾਹੁੰਦਾ ਹੈ ਉਹ ਨਹੀਂ ਹੁੰਦਾ, ਜੋ ਪਰਮਾਤਮਾ ਚਾਹੁੰਦਾ ਹੈ ਹੁੰਦਾ ਉਹ ਹੈ। ਸੁੱਖ ਦੁੱਖ ਉਹਦੇ ਹੱਥ ਵਿੱਚ ਨੇ। ਕਹੋ ਨਾਨਕ ਸੁਨ ਰੇ ਮਨਾ, ਹਰ ਭਾਵੈ ਸੋ ਹੋਏ। ਜੇ ਦੁੱਖ ਨਾ ਚਾਹੁੰਦਿਆਂ ਵੀ ਤੇਰੇ ਜੀਵਨ ਵਿੱਚ ਆਇਆ ਹੈ, ਤੇ ਫਿਰ ਕਰਤਾ ਪਰਮੇਸ਼ਵਰ ਹੈ। ਸੁੱਖ ਵੀ ਉਹਦੇ ਹੀ ਦਿੱਤੇ ਹੋਏ ਤੂੰ ਭੋਗੇ ਨੇ। ਹੋਵੇਗਾ ਉਹ ਜੋ ਹਰੀ ਨੂੰ ਪਾਉਂਦਾ ਹੈ, ਜੋ ਪਰਮਾਤਮਾ ਨੂੰ ਪਾਉਂਦਾ ਹੈ। whatever pleases God comes to pass, ਜੋ ਰੱਬ ਨੂੰ ਚੰਗਾ ਲੱਗੇਗਾ ਵਾਪਰੇਗਾ ਉਹ। ਜੇ ਤੇਰੀ ਇੱਛਾ ਨਾਲ ਹੀ ਦੁਨੀਆ ਚੱਲਦੀ ਹੋਵੇ, ਫਿਰ ਤੈਨੂੰ ਤੇ ਸੁੱਖ ਹੀ ਚੰਗੇ ਲੱਗਦੇ ਨੇ, ਦੁੱਖ ਕਿਉਂ ਆਇਆ ਤੇਰੇ ਜੀਵਨ ਵਿੱਚ? ਸੋ ਇਹ ਵਹਿਮ ਕੱਢ ਦਿਓ ਵੀ ਅਸੀਂ ਮੁਸ਼ੱਕਤ ਘਾਲੀ, ਸਹੂਲਤਾਂ ਇਕੱਠੀਆਂ ਕਰ ਲਈਆਂ। ਕਈ ਵਾਰ ਇਕੱਠਾ ਕਰਦਾ ਰਹਿ ਜਾਂਦੇ ਹਾਂ, ਸੁੱਖ ਸਹੂਲਤਾਂ ਦਾ ਸਾਜੋ ਸਮਾਨ ਭੋਗਣਾ ਨਹੀਂ ਮਿਲਦਾ। ਤੋ ਕਹਿ ਦਿੰਦੇ ਨੇ ਨਾ, ਜਦੋਂ ਦੁੱਖ ਦੀ ਘੜੀ ਕੋਈ ਘਰ ਆ ਕੇ ਇਹ ਬਚਨ ਬਿਲਾਸ ਕਰਦਾ ਹੈ ਵੀ ਮਾੜੀ ਗੱਲ ਹੋਈ ਹੈ ਜੀ, ਉਮਰਾਂ ਨਹੀਂ ਸੀ ਜਾਣਦੀ, ਸੁੱਖ ਭੋਗਣ ਦੀ ਉਮਰ ਸੀ, ਸਾਰਾ ਜੀਵਨ ਮੁਸ਼ੱਕਤ ਘਾਲੀ, ਭੋਗ ਨਹੀਂ ਸਕਿਆ। ਤੂੰ ਮੁਸ਼ੱਕਤ ਨਾਲ ਪੈਸਾ ਇਕੱਠਾ ਕਰ ਸਕਦਾ ਹੈ, ਸਹੂਲਤਾਂ ਖਰੀਦ ਸਕਦਾ ਹੈ, ਭੋਗੇਂਗਾ ਕਿ ਨਹੀਂ ਇਹ ਪ੍ਰਮਾਤਮਾ ਜਾਣਦਾ ਹੈ। ਕਰਮਾਂ ਦਾ ਸੁੱਖ ਹੈ, ਪ੍ਰਮਾਤਮਾ ਕਰਮ ਲਿਖਣ ਵਾਲਾ ਹੈ। ਕੀਤਾ ਕਹਾ ਕਰੇ ਮਨਮਾਨ, ਦੇਵਨ ਹਾਰੇ ਕੈ ਹੱਥ ਦਾਨ, ਭਾਵੈ ਦੇ ਨਾ ਦੇਈ ਸੋਏ, ਕੀਤੇ ਕੈ ਕਹਿਆ ਕਿਆ ਹੋਏ। ਪਰਮਾਤਮਾ ਦੇ ਹਸਤ ਵਿੱਚ ਸਭ ਦਾਤਾਂ ਨੇ। ਦਿਲ ਕਰੇ ਦੇਵੇ, ਦਿਲ ਕਰੇ ਨਾ ਦੇਵੇ। ਤੇਰੇ ਕਿਹਾ ਦਾਵਾ ਕੀਤਿਆਂ ਵੀ ਮੈਂ ਕਰਤਾ ਹਾਂ, ਕੁਝ ਨਹੀਂ ਹੋਵੇਗਾ। ਰੋਜ਼ ਤੇ ਪੜ੍ਹਦੇ ਹੋ, ਨਿਤਨੇਮ ਜਦੋਂ ਕਰਦੇ ਹੋ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹੋ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਮਹਾਰਾਜ ਕਹਿੰਦੇ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਪਰਮੇਸ਼ਵਰ, ਜੋ ਉਹਨੂੰ ਭਾਉਂਦਾ ਹੈ ਉਹੀ ਕਰਦਾ ਹੈ।
ਤੇਰਾ ਹੁਕਮ ਨਹੀਂ ਚੱਲੇਗਾ। ਸੋ ਦੁੱਖ ਸੁੱਖ ਪ੍ਰਮਾਤਮਾ ਦੇ ਹੁਕਮ ਵਿੱਚ ਨੇ। ਕਹਿੰਦੇ ਪਾਤਸ਼ਾਹਾਂ ਦੇ ਪਾਤਸ਼ਾਹ ਦੀ ਰਜ਼ਾ ਵਿੱਚ ਰਹਿ ਕੇ ਸੁੱਖ ਲੈਣਾ ਸਿੱਖ, ਫਿਰ ਦੁੱਖਾਂ ਵਿੱਚ ਵੀ ਸੁੱਖ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਖਸਮੈ ਭਾਵੈ ਸੋ ਕਰੇ, ਮਨਹੁ ਚਿੰਦਿਆ ਸੋ ਫਲ ਪਾਏ ਸੀ। ਕਹਿੰਦੇ ਹੁਕਮ ਵਿੱਚ ਚੱਲ, ਖੁਸ਼ ਹੋਵੇਗਾ। ਜਿਵੇਂ ਬੱਚੇ ਮਾਪਿਆਂ ਦਾ ਹੁਕਮ ਮੰਨਣ ਤੇ ਮਾਪੇ ਬੜੇ ਖੁਸ਼ ਹੋ ਕੇ ਦਾਤ ਦਿੰਦੇ ਨੇ। ਤੋ ਜਿਹੜਾ ਬੱਚਾ ਕਹੇ ਵਿੱਚ ਨਾ ਚੱਲੇ, ਮਾਪੇ ਉਹਨੂੰ ਬੇਦਖਲ ਕਰ ਦਿੰਦੇ ਨੇ। ਪਰਮਾਤਮਾ ਦਾ ਸੁਭਾਅ ਕੁਝ ਐਸਾ ਹੈ, ਜਿਹੜਾ ਹੁਕਮ ਵਿੱਚ ਚੱਲਦਾ ਹੈ ਮਨੋਂ ਚਿੰਦੇ ਫਲ ਪਾ ਲੈਂਦਾ ਹੈ। ਤਾਂ ਦਰਗਹ ਪੈਂਦਾ ਜਾਏ ਸੀ, ਦਰਗਾਹ ਤਾਈਂ ਉਹਨੂੰ ਸਿਰੋਂ ਪਾਉ ਮਿਲਦੇ ਨੇ, ਅਦਬ ਮਿਲਦਾ ਹੈ, ਸਤਿਕਾਰ ਮਿਲਦਾ ਹੈ। ਸੋ ਪਰਮਾਤਮਾ ਤੋਂ ਲਹਿਦਾ ਕੋਈ ਕਰਤਾ ਨਹੀਂ ਹੈ, ਦੁੱਖ ਸੁੱਖ ਉਹਦੇ ਹੱਥ ਵਿੱਚ ਨੇ। ਇਸ ਸ਼ਲੋਕ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਹ ਹੁਕਮ ਕਰਦੇ ਨੇ। ਪਾਵਨ ਬਾਣੀ ਦੀ ਵਿਚਾਰ ਨੂੰ ਦਾਸ ਇੱਥੇ ਸੰਕੋਚਦਾ ਹੈ। ਅੱਜ ਬਾਣੀ ਕੇ ਬੋਹਿਤ ਅਕਾਲ ਪੁਰਖ ਦੇ ਪੰਜਵੇਂ ਸਰਗੁਣ ਸਰੂਪ ਪੰਜਵੇਂ ਗੁਰੂ ਨਾਨਕ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਹੈ। ਦੇਸ਼ਾਂ ਦੇਸ਼ਾਂਤਰਾਂ ਵਿੱਚ ਸੰਗਤਾਂ ਸਜਦੇ ਕਰ ਰਹੀਆਂ ਨੇ ਗੁਰੂ ਸਾਹਿਬ ਦੀ ਅਗੰਮੀ ਸ਼ਖਸੀਅਤ ਨੂੰ। ਐਸੇ ਮਹਾਨ ਅਵਤਾਰੀ ਪੁਰਸ਼ ਹੋਏ ਨੇ ਜੋ ਸਭ ਤੋਂ ਸਿਰਮੌਰ ਨੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਅਗੰਮੀ ਬਾਣੀ, ਅਕਾਲ ਪੁਰਖ ਦੇ ਅਗੰਮੀ ਬੋਲ ਨੇ। ਇਹ ਸਦ ਜੀਵਨ ਅਰਜਨ ਅਮੋਲ ਆਜੋਨੀ ਸੰਭੋ, ਭਏ ਭੰਜਨ ਪਰ ਦੁੱਖ ਨਿਵਾਰ ਅਪਾਰ ਅਨਉਪਉ। ਕਹਿੰਦੇ ਇਹ ਜਿਹੜੇ ਗੁਰੂ ਅਰਜਨ ਨੇ ਅਮੋਲ ਨੇ, ਇਹਨਾਂ ਦਾ ਮੁੱਲ ਕੋਈ ਨਹੀਂ ਹੈ। ਇਹ ਕੌਣ ਨੇ? ਮਹਾਰਾਜ ਕਹਿੰਦੇ ਜੋ ਅਜੋਨੀ ਪਰਮੇਸ਼ਵਰ ਹੈ, ਨਿਰਗੁਣ ਸਰੂਪ ਹੈ, ਜਿਹਨੂੰ ਕਹਿ ਦਿੰਦੇ ਨੇ ਜੀ ਜੂਨਾ ਵਿੱਚ ਨਹੀਂ ਆਉਂਦਾ, ਉਹ ਜੀਵਨ ਧਾਰ ਕੇ ਗੁਰੂ ਅਰਜਨ ਬਣ ਕੇ ਦੁਨੀਆ ਤੇ ਪ੍ਰਗਟ ਹੋਇਆ ਹੈ। ਗੁਰੂ ਅਰਜਨ ਸਾਹਿਬ ਦੇ ਰੂਪ ਵਿੱਚ ਦੁਨੀਆ ਤੇ ਉਸ ਦਾ ਆਗਾਜ਼ ਹੋਇਆ ਹੈ। ਉਹ ਪਰਮਾਤਮਾ ਜਿਹੜਾ ਅਨਬੋਰਨ ਹੈ, ਸੈਲਫ ਐਗਜ਼ਿਸਟੈਂਟ ਹੈ, ਆਪਣੇ ਆਪ ਤੋਂ ਪੈਦਾ ਹੋਣ ਵਾਲਾ ਹੈ। ਉਹ ਮਹਾਰਾਜ ਦੇ ਰੂਪ ਵਿੱਚ ਆਇਆ, ਭੈ ਭੰਜਨ ਵਾਲਾ ਹੈ, ਸਾਡੇ ਡਰ ਖਤਮ ਕਰਨ ਵਾਲਾ ਹੈ, ਦੁੱਖ ਨਿਵਾਰਨ ਵਾਲਾ ਹੈ, ਪਾਰਾਵਾਰ ਤੋਂ ਰਹਿਤ ਹੈ ਔਰ ਅਨਭਉ ਸਰੂਪ ਹੈ, ਅਗੈ ਹੈ, ਪਕੜ ਵਿੱਚ ਨਹੀਂ ਆਉਂਦਾ। ਸੁਰਤੀ ਦੀ ਪਕੜ ਤੋਂ ਬਾਹਰ ਦੀ ਹਸਤੀ ਹੈ ਗੁਰੂ ਅਰਜਨ ਸਾਹਿਬ ਦੀ। ਭਾਵ ਬਿਆਨ ਕਰਨਾ, ਕਥਨ ਕਰਨਾ, ਉਹਦੇ ਗੁਣਾਂ ਦਾ ਅੰਤ ਪਾ ਲੈਣਾ, ਇਹ ਚੰਮ ਦੀ ਜ਼ੁਬਾਨ ਦੇ ਵਸ ਵਿੱਚ ਨਹੀਂ ਹੈ। ਗੁਰੂ ਅਰਜਨ ਸਾਹਿਬ ਦੀ ਹਸਤੀ ਬਾਬਤ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰੀ ਕਵੀ ਭਾਈ ਨੰਦ ਲਾਲ ਫਾਰਸੀ ਵਿੱਚ ਇਹ ਬਚਨ ਕਹਿੰਦੇ ਨੇ, ਓ ਦਰਹਕ ਵਾਹ ਹਕ ਜਰਜਾਤਸ਼, ਵਾਹ ਹਕ ਦਰਜਾਤਸ਼, ਵਾਹ ਅਫਜ਼ੂਤਰ ਅਜ਼ ਬਿਆਂ ਹਰ ਜ਼ਮਾਂ ਸਿਫਾਤਸ਼। ਐ ਗੁਰੂ ਅਰਜਨ ਸਾਹਿਬ, ਤੁਸੀਂ ਉਸ ਰੱਬ ਦੀ ਹਸਤੀ ਵਿੱਚ ਹੋ ਤੇ ਉਹ ਰੱਬ ਤੁਹਾਡੀ ਹਸਤੀ ਵਿੱਚ ਹੈ। ਉਹ ਨਿਰਗੁਣ ਹੈ, ਤੁਸੀਂ ਸਰਗੁਣ ਹੋ। ਤੁਹਾਡੀ ਤੇ ਰੱਬ ਦੀ ਜਾਤ ਇੱਕ ਹੈ, ਤੁਹਾਡੇ ਤੇ ਰੱਬ ਦੇ ਦਰਮਿਆਨ ਕੋਈ ਫਰਕ ਨਹੀਂ ਹੈ। ਤੁਸੀਂ ਰੋਜ਼ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹੋ, ਧਰਨ ਗਗਨ ਨਵ ਖੰਡ ਮਹਿ ਜੋਤ ਸਵਾਰੂਪੀ ਰਹਿਓ ਭਰ,
ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਸਾਹਿਬ ਰੱਬ ਵਰਗੇ ਨਹੀਂ। ਰੱਬ ਵਰਗੇ ਆਪਾਂ ਮਹਾਂਪੁਰਸ਼ਾਂ ਨੂੰ ਵੀ ਕਹਿ ਦਿੰਦੇ ਆ, ਦਾਨ ਕਰਨ ਵਾਲਿਆਂ ਨੂੰ ਵੀ ਕਹਿ ਦਿੰਦੇ ਆ, ਸੂਰਿਆਂ ਨੂੰ ਵੀ ਕਹਿ ਦਿੰਦੇ ਆ, ਸੱਚ ਬੋਲਣ ਵਾਲਿਆਂ ਨੂੰ ਵੀ ਕਹਿ ਦਿੰਦੇ ਵੀ ਰੱਬ ਵਰਗਾ ਹੈ। ਕਹਿੰਦੇ ਪ੍ਰਤੱਖ ਹਰ ਨੇ। ਗੁਰੂ ਅਰਜਨ ਸਾਹਿਬ ਪਰਮੇਸ਼ਵਰ ਨੇ, ਆਪ ਖੁਦ ਖੁਦਾ ਨੇ। ਸੋ ਉਹਨਾਂ ਦੀ ਹੀ ਜੋਤ ਨਿਰਗੁਣ ਤੌਰ ਤੇ ਖੰਡਾਂ ਬ੍ਰਹਿਮੰਡਾਂ ਵਿੱਚ ਪ੍ਰਗਟ ਹੈ, ਸੂਰਜ ਚੰਦ ਤਾਰਿਆਂ ਨੂੰ ਪ੍ਰਕਾਸ਼ ਬਖਸ਼ ਰਹੀ ਹੈ। ਭਾਈ ਨੰਦ ਲਾਲ ਜੀ ਕਹਿੰਦੇ ਨੇ ਉਹਨਾਂ ਦੀਆਂ ਸਿਫਤਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਚੰਮ ਦੀ ਜ਼ੁਬਾਨ ਉਹਨਾਂ ਦੇ ਗੀਤ ਗਾ ਕੇ ਅੰਤ ਨਹੀਂ ਪਾ ਸਕਦੀ। ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ ਅੰਤ ਨਾ ਪਾਵਤ ਦੇਵ, ਸਭੈ ਮੁਨ ਇੰਦਰ ਮਹਾ ਸਿਵ ਜੋਗ ਕਰੀ। ਫੁਨ ਬੇਦ ਬਿਰੰਚ ਵਿਚਾਰ ਰਹਿਓ, ਹਰ ਜਾਪ ਨਾ ਛਾਡਿਓ ਏਕ ਘਰੀ। ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜਨ ਮਾਹੇ ਧਰੀ। ਕਹਿੰਦੇ ਪਰਮਾਤਮਾ ਤੇਰੀ ਐਸੀ ਬੁਲੰਦ ਹਸਤੀ ਹੈ, ਇੰਦਰ ਵਰਗੇ ਮਹਾਦੇਵ, ਬੜੇ ਬੜੇ ਦੇਵਤੇ, ਵੇਦ ਸ਼ਾਸਤਰ ਤੇਰਾ ਅੰਤ ਨਹੀਂ ਪਾ ਸਕਦੇ। ਐ ਪਰਮੇਸ਼ਵਰ ਤੂੰ ਹੀ ਗੁਰੂ ਅਰਜਨ ਬਣ ਕੇ ਸ੍ਰਿਸ਼ਟੀ ਨੂੰ ਤਾਰਨ, ਨਿਹਾਲ ਕਰਨ ਦੁਨੀਆ ਦੇ ਉੱਤੇ ਆਇਆ ਏ, ਪ੍ਰਗਟ ਹੋਇਆ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਆਗਾਜ਼ 1620 ਬਿਕਰਮੀ ਵੈਸਾਖ ਵਦੀ ਸਪਤਮੀ ਨੂੰ ਸ਼੍ਰੀ ਗੋਇੰਦਵਾਲ ਸਾਹਿਬ ਹੋਇਆ। ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੇ ਪਾਵਨ ਹਿਰਦੇ ਵਿੱਚ ਅਗੰਮੀ ਜੋਤ ਪ੍ਰਕਾਸ਼ਵਾਨ ਹੋਈ। ਗੁਰੂ ਅਰਜਨ ਸਾਹਿਬ ਫਿਰ ਇਸ ਰੂਹੇ ਜ਼ਮੀਨ ਤੇ ਪ੍ਰਗਟ ਹੋਏ ਨੇ। ਹਰੇ ਬਚਪਨ ਵਿੱਚ ਸਨ। ਬੀਬੀ ਭਾਨੀ ਜੀ ਬੜੀ ਸੇਵਾ ਕਰਦੇ ਨੇ ਆਪਣੇ ਪਿਤਾ ਦੀ। ਜਵਾਨੀ ਆ ਗਈ, ਬਾਬਾ ਜੇਠਾ ਜੀ ਦੇ ਨਾਲ ਆਨੰਦ ਪੜ੍ਹੇ ਗਏ, ਵਿਆਹ ਹੋਇਆ। ਇਸ ਦਰਮਿਆਨ ਦਿਨ ਰਾਤ ਆਪਣੇ ਪਿਤਾ ਬਾਬਾ ਅਮਰਦਾਸ ਦੀ ਸੇਵਾ ਕਰਦੇ ਰਹੇ। ਜਦੋਂ ਬਾਲ ਸ਼੍ਰੀ ਅਰਜਨ ਸਾਹਿਬ ਦਾ ਆਗਾਜ਼ ਹੋਇਆ, ਉਹਦੇ ਬਾਅਦ ਵੀ ਨਿਰੰਤਰ ਸੇਵਾ ਜਾਰੀ ਰੱਖੀ। ਇੰਨੀ ਕੁ ਸੇਵਾ ਕੀਤੀ ਉਸ ਮਾਈ ਨੇ, ਇੱਕ ਦਿਨ ਪ੍ਰਸੰਨ ਹੋਏ ਖੁਦ ਖੁਦਾ ਗੁਰੂ ਅਮਰਦਾਸ ਮਹਾਰਾਜ, ਔਰ ਗਲੂਏ ਮੁਬਾਰਕ ਤੋਂ ਜਿਹੜੇ ਬੋਲ ਉਹਨਾਂ ਪ੍ਰਗਟ ਕੀਤੇ ਨੇ, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਦਰਜ ਨੇ। ਸੋਢ ਬੰਸ ਕਹੋ ਬੜ ਬੜਿਆਈ, ਤੈ ਕਰ ਭਗਤ ਭਲੇ ਅਬ ਪਾਈ। तीनों काल बिखै तुझ जैसी, होई ना है होवहगी ऐसी। ऐ बीबी भानी सुपुत्री, तिन्ना कालां विच तेरे वर्गी कोई हस्ती, कोई माई नहीं हुई। आद शक्ति का रूप है। ਸੋਢੀ ਵੰਸ਼ ਦੀ ਵਡਿਆਈ ਤੇਰੀ ਭਗਤੀ ਕਰਕੇ ਹੈ, ਤੇਰੀ ਸੇਵਾ ਕਰਕੇ ਹੈ। ਕਿਉਂ ਤੇਰੇ ਵਰਗੀ ਕੋਈ ਮਾਈ ਨਹੀਂ ਦੁਨੀਆ ਤੇ। ਕਹਿੰਦੇ ਨੇ ਪਿਤਾ ਗੁਰੂ ਜਗ ਗੁਰ ਹੋਏ ਕੰਤ, ਪੁੱਤਰ ਗੁਰੂ ਹੋਏ ਪੌਤਰ ਮਹੰਤ। ਤੇਰੇ ਪਿਤਾ ਗੁਰੂ ਨੇ, ਭਾਵ
ਗੁਰੂ ਅਮਰਦਾਸ। ਤੇਰੇ ਪਤੀ ਬਾਬਾ ਜੇਠਾ ਜੀ ਗੁਰੂ ਬਣਨਗੇ, ਗੁਰੂ ਰਾਮਦਾਸ। ਤੇਰਾ ਫਰਜ਼ੰਦ ਇਹ ਜੋ ਗੋਦ ਵਿੱਚ ਖੇਡਦਾ ਹੈ ਸ਼੍ਰੀ ਅਰਜਨ ਦੇਵ, ਇਹ ਗੁਰੂ ਬਣਨਗੇ। ਔਰ ਤੇਰੇ ਪੋਤਰੇ ਵੀ ਗੁਰਤਾ ਦੇ ਮਾਲਕ ਹੋਣਗੇ। ਇਹ ਪੇਸ਼ੇਨ ਗੋਈ ਹੈ, ਭਵਿੱਖਿਅਤ ਵਾਕ ਨੇ ਗੁਰੂ ਹਰਗੋਬਿੰਦ ਸਾਹਿਬ ਬਾਰੇ। ਅਤ ਪ੍ਰਸੰਨ ਸ਼੍ਰੀ ਅਮਰ ਕਿਰਪਾਲ, ਇਤਿਆਦਕ ਬਰ ਦੀਏ ਵਿਸਾਲ। ਇਉਂ ਪ੍ਰਸੰਨ ਹੋ ਕੇ ਐਸੇ ਮਹਾਨ ਵਰ ਗੁਰੂ ਅਮਰਦਾਸ ਨੇ ਬੀਬੀ ਭਾਨੀ ਜੀ ਨੂੰ ਬਖਸ਼ੇ। ਤੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਗੁਰ ਕਾ ਬਚਨ ਅਟਲ ਅਛੇਦ, ਗੁਰ ਬਚਨ ਕਾਰਜ ਸਰਬ ਪੂਰਨ, ਈਤ ਊਤ ਨਾ ਹਲੀ। ਗੁਰੂ ਦਾ ਬਚਨ ਸਦਾ ਅਟਲ ਹੈ। ਗੁਰੂ ਦੇ ਬਚਨ ਨਾਲ ਸਭੇ ਹੀ ਕਾਰਜ ਪੂਰੇ ਹੁੰਦੇ ਨੇ। ਗੁਰੂ ਦੇ ਬਚਨ ਤੇ ਭਰੋਸਾ ਰੱਖੋ, ਕਦੇ ਡੋਲੋ ਨਾ। ਗੁਰੂ ਦਾ ਬਚਨ ਕੱਟਿਆ ਨਹੀਂ ਜਾ ਸਕਦਾ। ਜੋ ਵਰ ਗੁਰੂ ਦਿੰਦਾ ਹੈ ਤ੍ਰੈਕਾਲ ਉਹ ਸੱਚ ਰਹਿੰਦੇ ਨੇ। ਪੱਥਰ ਤੇ ਲਕੀਰ ਵਰਗੇ ਨੇ ਬੋਲ। ਮਾਈ ਗੁਰੂਜ਼ ਵਰਡ ਇਜ਼ ਇਨਫੋਲੇਬਲ। ਕਦੇ ਵੀ ਗੁਰੂ ਦਾ ਬਚਨ ਕੱਟਿਆ ਨਹੀਂ ਜਾਂਦਾ। ਅਡਿੱਗ ਹੈ, ਅਡੋਲ ਹੈ, ਸਦੀਵੀ ਪ੍ਰਗਟ ਰਹਿੰਦਾ ਹੈ, ਬਦਲਿਆ ਨਹੀਂ ਜਾ ਸਕਦਾ। ਮਹਾਰਾਜ ਨੇ ਬਚਨ ਕਰ ਦਿੱਤੇ। ਹੁਣ ਜਦੋਂ ਆਪਾਂ ਬਾਣੀ ਕਾ ਬੋਹਿਤ ਕਹਿੰਦੇ ਆ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ, ਸ਼੍ਰੀ ਆਦ ਗ੍ਰੰਥ ਸਾਹਿਬ ਦੀ ਸੰਪਾਦਨਾ ਉਹਨਾਂ ਨੇ ਕੀਤੀ ਹੈ। ਸੋ ਕਈ ਵਾਰ ਇਹ ਖਿਆਲ ਉੱਠਦਾ ਹੈ ਵੀ ਕਿੰਨੀ ਕੁ ਵਿੱਦਿਆ ਪੜ੍ਹੇ ਹੋਣਗੇ, ਕਿੰਨੀਆਂ ਕੁ ਭਾਸ਼ਾਵਾਂ ਉਹਨਾਂ ਨੇ ਪੜ੍ਹੀਆਂ ਹੋਣਗੀਆਂ। ਇਹ ਭੁਲੇਖਾ ਖਾ ਜਾਂਦੇ ਅਸੀਂ। ਤੁਹਾਡੇ ਸਾਡੇ ਬੱਚਿਆਂ ਨੂੰ ਪੜ੍ਹਨ ਦੀ ਲੋੜ ਹੈ। ਸਤਿਗੁਰੂ ਪੜ੍ਹਨ ਨਹੀਂ ਆਏ, ਪੜ੍ਹਾਉਣ ਆਏ ਨੇ। ਭੱਟ ਸਾਹਿਬਾਨਾਂ ਨੂੰ ਪੁੱਛੋ ਕੀ ਗੁਰੂ ਨੂੰ ਲੋੜ ਹੈ ਦੁਨਿਆਵੀ ਕਰਮ ਕਰਨ ਦੀ, ਕੋਈ ਬ੍ਰਹਮ ਦੀ ਵਿਚਾਰ ਕਰਨ ਦੀ, ਕੋਈ ਭਗਤੀ ਕਰਨ ਦੀ, ਕੋਈ ਚੌਂਕੜਾ ਲਾਉਣ ਦੀ? ਕਹਿੰਦੇ ਨਹੀਂ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਐ ਗੁਰੂ ਅਰਜਨ ਸਾਹਿਬ, ਤੁਸੀਂ ਪ੍ਰਕਾਸ਼ ਤੋਂ ਹੀ ਬ੍ਰਹਮ ਸਰੂਪ ਹੋ, ਬ੍ਰਹਮ ਦੀ ਪਹਿਚਾਣ ਵਾਲੇ ਹੋ, ਗਿਆਨ ਸਰੂਪ ਹੋ, ਗਿਆਨ ਦਾ ਸਾਗਰ ਹੋ। ਤੇ ਤੁਹਾਨੂੰ ਆਗਾਜ਼ ਤੋਂ ਬਚਪਨ ਤੋਂ ਹੀ ਸੋਝੀ ਹੈ। ਤੋ ਬੱਚੇ ਤੇ ਨਾ ਸਮਝ ਹੁੰਦੇ ਨੇ, ਪਰ ਗੁਰੂ ਜੋਤ ਬਾਬਤ ਭੱਟ ਕਹਿੰਦੇ ਨੇ ਆਗਾਜ਼ ਤੋਂ ਹੀ ਸਮਝ ਹੈ ਉਹਨਾਂ ਨੂੰ। ਔਰ ਇੱਕ ਸਾਖੀ ਪ੍ਰਚਲਿਤ ਹੈ ਜੋ ਪ੍ਰੋੜਤਾ ਕਰੇਗੀ ਇਹਨਾਂ ਬਚਨਾਂ ਦੀ। ਇਤਿਹਾਸ ਗਵਾਹੀ ਭਰਦਾ ਹੈ। 1 ਸਾਲ ਦੀ ਉਮਰ ਹੈ। ਗੁਰੂ ਕੇ ਮਹਿਲਾਂ ਵਿੱਚ ਸ਼੍ਰੀ ਗੋਇੰਦਵਾਲ ਖੇਡਦੇ ਪਏ ਨੇ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਿੰਘਾਸਣ ਦੇ ਪਾਵੇ ਨੂੰ, ਪਲੰਗੇ ਨੂੰ ਪਕੜ ਕੇ ਉੱਪਰ ਬੈਠਣ ਲੱਗੇ। ਤੋ ਮਾਤਾ ਭਾਨੀ ਜੀ ਦੌੜੇ ਗਏ ਤੇ ਜਦੋਂ ਪਕੜ ਲਿਆ, ਗੋਦ ਉਠਾ ਲਿਆ, ਨਾਲ ਗਲੂਏ ਚੋਂ ਇਹ ਬੋਲ ਕੇ, ਲਾਲ ਜੀ ਇਹ ਗੱਦੀ ਖੁਦ ਖੁਦਾ ਗੁਰੂ ਨਾਨਕ ਸਾਹਿਬ ਦੀ ਹੈ। ਇਸ ਵੇਲੇ ਤੁਹਾਡੇ ਨਾਨਾ ਜੀ ਤੀਜੇ ਗੁਰੂ ਨਾਨਕ, ਗੁਰੂ ਅਮਰਦਾਸ ਇਸ ਸਿੰਘਾਸਣ ਦੇ ਮਾਲਕ ਨੇ। ਇਸ ਸਿੰਘਾਸਣ ਤੇ ਕੋਈ ਨਹੀਂ ਬੈਠ ਸਕਦਾ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਫਰਜ਼ੰਦ ਨੂੰ ਖੇਲਣ ਦਿਓ। ਇਤਨਾ ਕਹਿ ਕੇ ਕੁਛੜ ਚੁੱਕ ਲਿਆ। ਔਰ ਕਵੀ ਸੰਤੋਖ ਸਿੰਘ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਦੇ ਨੇ, ਉੱਪਰ ਕੋ ਉਠਾਏ ਤਬ ਤੋਲਿਓ, ਗਰਵ ਭਾਰ ਲੱਖ ਸ਼੍ਰੀ ਮੁਖ ਬੋਲਿਓ। ਉੱਪਰ ਉਠਾ ਕੇ ਗਲੂਏ ਮੁਬਾਰਕ ਚੋਂ ਇਹ ਬੋਲ ਗੁਰੂ ਅਮਰਦਾਸ ਜੀ ਨੇ ਕਹੇ, ਭਾਰੀ ਗੁਰ ਜਗ ਮਹਿ ਬਿਦ ਤੈ ਹੈ,
ਬਾਣੀ ਕੋ ਬੋਹਿਥ ਬਡ ਹਵੈ ਹੈ। ਇਹ ਭਾਰਾ ਗੁਰੂ ਪ੍ਰਗਟ ਹੋਵੇਗਾ ਔਰ ਬਾਣੀ ਦਾ ਬੋਹਿਤ ਹੋਵੇਗਾ। ਵਰ ਦਿੱਤਾ ਦੋਹਿਤਾ ਬਾਣੀ ਕਾ ਬੋਹਿਤਾ। ਗੁਰੂ ਸਾਹਿਬ ਕਹਿੰਦੇ ਜੇ ਇਹ ਸਿੰਘਾਸਣ ਤੇ ਨਹੀਂ ਬੈਠੇਗਾ ਤੇ ਹੋਰ ਕੌਣ ਬੈਠੇਗਾ। ਤੋ ਕਹਿੰਦੇ ਮਹਾਰਾਜ ਨੇ ਇਉਂ ਬੜਾ ਲਿਆ ਲਾਡ ਪਿਆਰ ਕੀਤਾ, ਭਵਿੱਖਿਅਤ ਬਚਨ ਵੀ ਕਹਿ ਦਿੱਤੇ। ਅਸੀਂ ਨਹੀਂ ਜਾਣਦੇ ਭਵਿੱਖ ਵਿੱਚ ਕੀ ਹੋਣਾ ਹੈ, ਸਾਡੀ ਇੰਨੀ ਪਹੁੰਚ ਨਹੀਂ ਹੈ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾਨਕ ਜੁਗ ਜੁਗ ਗੁਰ ਗੋਪਾਲਾ। ਗੁਰੂ ਹਰ ਜ਼ਰੇ ਵਿੱਚ ਹਰ ਯੁੱਗ ਵਿੱਚ ਮੌਜੂਦ ਹੈ, ਨਿਰਗੁਣ ਤੌਰ ਤੇ, ਪ੍ਰਮਾਤਮਾ ਸਰੂਪ ਦੇ ਤੌਰ ਤੇ। ਉਹ ਹਰ ਯੁੱਗ ਵਿੱਚ ਹਰ ਕਾਲ ਵਿੱਚ ਵਾਪਰਨ ਵਾਲੀ ਘਟਨਾ ਤੋਂ ਜਾਣੂ ਹੈ। ਉਹਦੇ ਹੁਕਮ ਵਿੱਚ ਹੁੰਦਾ ਹੈ ਸਭ ਕੁਝ, ਤਾਂ ਭਵਿੱਖ ਬਾਰੇ ਜਾਣਦਾ ਹੈ। ਬਾਕੀ ਮਹਾਰਾਜ ਕਹਿੰਦੇ ਨੇ ਚੌਹੋ ਜੁਗ ਮਹਿ ਅੰਮ੍ਰਿਤ ਸਾਚੀ ਬਾਣੀ। ਉਹਦੀ ਬਾਣੀ, ਉਹਦੇ ਬੋਲ ਚੌਹਾਂ ਯੁੱਗਾਂ ਵਿੱਚ ਸੱਚ ਨੇ, ਅਟਲ ਨੇ। ਇਹ ਉਹਦੀ ਅਜ਼ਮਤ ਹੈ। ਕੁਛੜ ਚੁੱਕਿਆ ਸੀ ਬਾਲਕ ਗੁਰੂ ਅਰਜਨ ਸਾਹਿਬ ਨੂੰ, ਤੋ ਮਹਾਰਾਜ ਸਿੰਘਾਸਣ ਤੇ ਬੈਠੇ ਨੇ ਤੇ ਜ਼ੋਰ ਮਾਰ ਕੇ ਨਾ ਬਾਲਕ ਬਾਬਾ ਅਰਜਨ ਸਾਹਿਬ ਆਪਣੇ ਪਾਵਨ ਚਰਨ ਹੋਰ ਤਾਂ ਉਠਾਉਂਦੇ ਨੇ ਵੀ ਮੈਂ ਸਿੰਘਾਸਣ ਤੇ ਹੀ ਬਹਿਣਾ ਹੈ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਤਿਹਾਸ ਦੇ ਵਿੱਚ ਵੀ ਗੁਰੂ ਅਮਰਦਾਸ ਕਹਿੰਦੇ ਗੁਰੂ ਦੇਖ ਕਰ ਬਾਕ ਬਖਾਨੇ ਅਬ ਤੇ ਹੀ ਗਾਦੀ ਲਲਚਾਨੇ ਆਪਣੇ ਪਿਤਾ ਪਾਸ ਤੇ ਲੀਜਹਿ ਤਬ ਲਗ ਧੀਰਜ ਧਾਰ ਥਰੀਜੈ। ਕਾਲੇ ਬੜੇ ਪੈਂਦੇ ਉਹ ਗੱਦੀ ਤੇ ਬਹਿਣ ਲਈ। ਇਹ ਗੱਦੀ ਤੁਹਾਡੇ ਪਿਤਾ ਦੀ ਹੈ, ਉਹਨਾਂ ਕੋਲੋਂ ਲੈ ਲਿਓ, ਤੁਹਾਨੂੰ ਹੀ ਸੇਵਾ ਮਿਲਣੀ ਹੈ। ਆਉਣ ਵਾਲੇ ਸਮੇਂ ਦੇ ਬਚਨ ਬਾਪੂ ਕਰ ਰਿਹਾ ਹੈ। ਖੈਰ ਇਹ 1 ਸਾਲ ਦੀ ਉਮਰ ਵਿੱਚ ਹੀ ਸਮਝ ਹੈ ਵੀ ਗੁਰਤਾ ਗੱਦੀ ਦੇ ਵਾਰਸ ਅਸੀਂ ਹਾਂ, ਤਾਂ ਬੈਠਣ ਪੈਂਦੇ ਨੇ। ਔਰ ਇਹ ਜਾਣਦੇ ਨੇ ਵੀ ਸਾਨੂੰ ਕਾਰਜ ਬੜੇ ਕਰਨੇ ਪੈਣੇ ਨੇ। ਔਰ ਨਿਰਗੁਣ ਸਰੂਪ ਦੇ ਹੁਕਮ ਵਿੱਚ ਇਹ ਸਰਗੁਣ ਚੋਲਾ ਥੋੜਾ ਸਮਾਂ ਰਹਿਣਾ ਹੈ। ਸ਼ਹਾਦਤ ਦੀ ਅਵਧੀ ਮੰਨਣੀ ਹੈ। ਜਲਦੀ ਤਖਤ ਤੇ ਬਹਿ ਕੇ ਲੋਕਾਈ ਦੀ ਸੇਵਾ ਕਰ ਲਈਏ, ਲੋਕਾਈ ਨੂੰ ਤਾਰ ਦਈਏ। ਸੋ ਸਮਾਂ ਆਇਆ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਦੀ ਅਗੰਮੀ ਜੋਤ ਬਾਬਾ ਜੇਠਾ ਜੀ ਵਿੱਚ ਸਮਾਈ ਗੁਰੂ ਰਾਮਦਾਸ ਬਣ ਗਏ। ਗੁਰੂ ਰਾਮਦਾਸ ਪਾਤਸ਼ਾਹ ਦੀ ਅਗੰਮੀ ਜੋਤ 1638 ਬਿਕਰਮੀ ਭਾਦਰੋਂ ਸੁਦੀ ਦੂਜ ਨੂੰ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਵਿੱਚ ਟਿਕ ਗਈ। ਗੁਰਤਾ ਗੱਦੀ ਦੇ ਮਹਾਰਾਜ ਵਾਰਸ ਬਣ ਗਏ। ਸਮਾਂ ਆਇਆ 1646 ਬਿਕਰਮੀ ਸੰਮਤ ਹਾੜ ਦਾ ਮਹੀਨਾ ਸੀ। ਪਿੰਡ ਮਓ ਨੇੜੇ ਫਿਲੌਰ ਪਿਤਾ ਕ੍ਰਿਸ਼ਨ ਚੰਦ ਜੀ ਮਾਤਾ ਧਨਵੰਤੀ ਦੀ ਲਾਇਕ ਸੁਪੁੱਤਰੀ ਮਾਤਾ ਗੰਗਾ ਜੀ ਦੇ ਨਾਲ ਆਨੰਦ ਕਾਰਜ ਹੋਏ। ਉਹ ਜਗਤ ਮਾਤਾ ਦਾ ਰੁਤਬਾ ਹਾਸਲ ਕਰ ਗਈ। ਗੁਰੂ ਅਰਜਨ ਸਾਹਿਬ ਦਾ ਜੀਵਨ ਅਗੰਮੀ ਹੈ, ਸਾਗਰ ਹੈ। ਸਾਗਰ ਵਿੱਚ ਚੁੱਭੀ ਲਾਈ ਜਾ ਸਕਦੀ ਹੈ, ਅੰਤ ਨਹੀਂ ਪਾਇਆ ਜਾ ਸਕਦਾ। ਸੋ ਮੈਂ ਮੁੱਖ ਬੰਦ ਤੁਹਾਡੇ ਨਾਲ ਸਾਂਝੇ ਕਰਾਂਗਾ ਉਹਨਾਂ ਦੇ ਜੀਵਨ ਵਿੱਚੋਂ। ਗੁਰੂ ਅਰਜਨ ਸਾਹਿਬ ਮਹਾਰਾਜ ਦੀ ਜੋ ਮਾਨਵਤਾ ਨੂੰ ਦੇਣ ਹੈ, ਸਿੱਖ ਜਗਤ ਨੂੰ ਤੇ ਹੈ ਹੀ, ਪਰ ਉਹ ਜਗਤ ਗੁਰੂ ਨੇ। ਆਪਾਂ ਜਦੋਂ ਮਹਾਰਾਜ ਦੇ ਕੌਤਕਾਂ ਬਾਬਤ ਪੜ੍ਹਦੇ ਹਾਂ, ਜੋ ਉਹਨਾਂ ਦੀ ਦੇਣ ਹੈ ਇਸ ਰੂਹੇ ਜ਼ਮੀਨ ਨੂੰ, ਉਹਦੇ ਵਿੱਚ ਸਭ ਤੋਂ ਪ੍ਰਬਲ,
ਸਭ ਤੋਂ ਮਹਾਨ ਬਖਸ਼ਿਸ਼ ਜੋ ਮਾਨਵਤਾ ਦੀ ਝੋਲੀ ਉਹਨਾਂ ਪਾਈ ਉਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ। ਤੁਰਕੀ ਬਾਣੀ ਦੀ ਜੋ ਦੇਣ ਉਹਨਾਂ ਨੇ ਸਮਾਜ ਨੂੰ ਦਿੱਤੀ ਹੈ, ਲੋਕਾਈ ਨੂੰ ਦਿੱਤੀ ਹੈ, ਉਹਦੇ ਤੁੱਲ ਹੋਰ ਕੋਈ ਦਾਤ ਨਹੀਂ ਹੈ ਦੁਨੀਆ ਤੇ। ਫਿਰ ਦੁਨੀਆ ਵਿੱਚ ਬੜੇ ਤੀਰਥ ਨੇ, ਸਨਾਤਨ ਮਤ ਦੇ ਵੱਖਰੇ ਨੇ, ਇਸਲਾਮ ਜਗਤ ਦੇ ਵੱਖਰੇ ਨੇ, ਈਸਾਈ ਮਤ ਦੇ ਵੱਖਰੇ ਨੇ। ਔਰ ਆਪਾਂ ਜੇ ਧਿਆਨ ਦਈਏ, ਇੱਕ ਧਰਮ ਨਾਲ ਸੰਬੰਧਿਤ ਜੋ ਮੰਦਰ ਨੇ, ਧਾਰਮਿਕ ਸਥਾਨ ਨੇ, ਦੂਸਰੇ ਧਰਮ ਦੇ ਲੋਕ ਉੱਥੇ ਨਹੀਂ ਜਾ ਸਕਦੇ। ਸਿੱਖ ਜਗਤ ਨੂੰ ਸ਼੍ਰੀ ਹਰਿਮੰਦਰ ਸਾਹਿਬ ਬਖਸ਼ਿਆ ਗੁਰੂ ਅਰਜਨ ਸਾਹਿਬ ਨੇ, ਪਰ ਕਿਸੇ ਵੀ ਧਰਮ ਨੂੰ ਮਨਾਹੀ ਨਹੀਂ ਹੈ। ਮਨ ਦੀ ਖੁਰਾਕ ਅਕਾਲ ਪੁਰਖ ਦੀ ਬਾਣੀ ਸਾਰੇ ਹੀ ਹਰਿਮੰਦਰ ਸਾਹਿਬ ਜਾ ਕੇ ਸੁਣ ਸਕਦੇ ਨੇ, ਅਧਿਆਤਮਕ ਖੁਰਾਕ ਲੈ ਸਕਦੇ ਨੇ, ਜੀਵਨ ਸਫਲਾ ਕਰ ਸਕਦੇ ਨੇ। ਤੋ ਤਨ ਦੀ ਖੁਰਾਕ ਲੰਗਰਾਂ ਵਿੱਚ ਜਾ ਕੇ ਵੀ ਹਰ ਵਰਣ ਦੇ, ਹਰ ਧਰਮ ਦੇ ਲੋਕ ਲੈ ਸਕਦੇ ਨੇ। ਤਾਂ ਉਸ ਸਥਾਨ ਨੂੰ ਅਕਾਲ ਪੁਰਖ ਦਾ, ਪ੍ਰਭੂ ਪਰਮੇਸ਼ਰ ਦਾ ਸਥਾਨ ਆਖਿਆ ਜਾਂਦਾ ਹੈ। ਜਿਸ ਮੰਦਰ ਵਿੱਚ ਨੀਵੀਂ ਜਾਤ ਦੇ ਲੋਕ ਨਹੀਂ ਜਾ ਸਕਦੇ, ਜਿਸ ਮਸਜਿਦ ਵਿੱਚ ਨੀਵੀਂ ਜਾਤ ਦਾ ਬੰਦਾ ਨਹੀਂ ਜਾ ਸਕਦਾ, ਉਹ ਇੱਕ ਫਿਰਕੇ ਦੇ ਧਾਰਮਿਕ ਕੇਂਦਰ ਹੋ ਸਕਦੇ ਨੇ, ਮਨੁੱਖਤਾ ਦੇ ਨਹੀਂ। ਸ਼੍ਰੀ ਹਰਿਮੰਦਰ ਸਾਹਿਬ ਮਨੁੱਖਤਾ ਦੇ ਧਾਰਮਿਕ ਮੰਦਰ ਨੇ, ਕੇਂਦਰ ਨੇ, ਗੁਰਧਾਮ ਨੇ, ਮਹਾਨ ਧਰਮਸ਼ਾਲਾ ਹੈ ਜਿੱਥੇ ਹਰ ਕੋਈ ਜਾ ਸਕਦਾ ਹੈ। ਜਗਤ ਗੁਰੂ ਦਾ ਸਥਾਨ ਹੈ, ਪਰਮੇਸ਼ਵਰ ਦਾ ਸਥਾਨ ਹੈ, ਰੱਬ ਸਾਰਿਆਂ ਦਾ ਸਾਂਝਾ ਹੈ। ਦੂਸਰਾ ਇਹ ਮਹਾਨ ਸ਼੍ਰੀ ਹਰਿਮੰਦਰ ਸਾਹਿਬ ਉਹਨਾਂ ਮਨੁੱਖਤਾ ਨੂੰ ਬਖਸ਼ੇ, ਰੂਹਾਨੀਅਤ ਦਾ ਕੇਂਦਰ। ਤੀਸਰਾ ਸ਼੍ਰੀ ਤਰਨ ਤਾਰਨ ਸਾਹਿਬ ਦੀ ਰਚਨਾ, ਜਿੱਥੇ ਤਨ ਦੀ ਖੁਰਾਕ ਲੰਗਰ ਵੀ ਸੀ, ਮਨ ਦੀ ਖੁਰਾਕ ਪਰਮਾਤਮਾ ਦਾ ਭਜਨ ਬਾਣੀ ਵੀ ਸੀ, ਔਰ ਰੋਗੀਆਂ ਦੇ ਰੋਗ ਹਰਨ ਦੇ ਲਈ ਉੱਥੇ ਮਹਾਰਾਜ ਬੜੇ ਬੜੇ ਹਕੀਮਾਂ ਨੂੰ ਸੇਵਾ ਵਿੱਚ ਲਾ ਕੇ ਲੋਕਾਈ ਦਾ ਇਲਾਜ ਕਰਿਆ ਕਰਦੇ ਸਨ, ਰੋਗਾਂ ਦੀ ਨਿਵਰਤੀ ਕਰਿਆ ਕਰਦੇ ਸਨ। ਚੌਥਾ, ਉਹਨਾਂ ਨੇ ਸਮੁੱਚੀ ਮਾਨਵਤਾ ਵਿੱਚ ਏਕਤਾ ਦਾ ਸੰਚਾਰ ਕੀਤਾ ਹੈ। ਇਹ ਸਾਡੇ ਜ਼ਿਹਨ ਵਿੱਚ ਟਿਕਾਇਆ ਹੈ ਹਰ ਧਰਮ ਦੇ ਲੋਕਾਂ ਦੇ, ਵੀ ਅਸੀਂ ਸਾਰੇ ਹੀ ਇੱਕੇ ਮਾਲਾ ਦੇ ਮਣਕੇ ਹਾਂ, ਸਵਾਸ ਰੂਪ ਪਰਮੇਸ਼ਵਰ ਸਾਰਿਆਂ 'ਚ ਹੀ ਸਮਾਇਆ ਹੈ। ਇਸੇ ਕਰਕੇ ਜਿਸ ਦਿਨ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣੀ ਸੀ, ਸੇਵਾ ਦੇ ਵਿੱਚ ਆਪਣੇ ਨਾਲ ਸਾਈਂ ਮੀਆਂ ਮੀਰ ਨੂੰ ਵੀ ਲਾਇਆ, ਜੋ ਮੁਸਲਮਾਨ ਹੈ, ਮਹਾਂਪੁਰਸ਼ ਫਕੀਰ ਹੈ। ਇਹ ਦਰਸਾ ਦਿੱਤਾ ਵੀ ਗੁਰੂ ਜਗਤ ਦਾ ਗੁਰੂ ਹੈ, ਕੇਵਲ ਇੱਕ ਸਿੱਖ ਧਰਮ ਦੇ ਹੀ ਨਹੀਂ, ਸਾਰੀ ਮਨੁੱਖਤਾ ਦੇ ਨਾਲ ਪ੍ਰੇਮ ਕਰਦੇ ਨੇ। ਵਿਦਕਰਾ ਭੇਦ ਭਾਵ ਜਾਤ ਪਾਤ ਦਰਕਿਨਾਰ ਕਰਕੇ ਇਹਨਾਂ ਨੂੰ ਇੱਕ ਉੱਚੀ ਦੁਨੀਆ ਦਾ ਆਗਾਜ਼ ਕਰ ਰਹੇ ਨੇ, ਸਰਬ ਸਾਂਝੀ ਵਾਲਤਾ ਦੀ ਬਾਤ ਪਾ ਰਹੇ ਨੇ। ਤਾਂ ਹੀ ਤੇ ਉਹਨਾਂ ਆਪਣੀ ਬਾਣੀ ਵਿੱਚ ਇਹ ਬਚਨ ਕਹੇ ਨੇ। ਕਦੇ ਧਿਆਨ ਨਾਲ ਬਾਣੀ ਪੜ੍ਹਿਓ, ਕਹਿੰਦੇ ਨੇ ਘਟ ਘਟ ਅੰਤਰ ਤੂੰ ਹੈ ਉਠਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸ ਹੈ ਬਾਹਰਾ ਜੀਓ। ਐ ਪਰਮ ਈਸ਼ਵਰ ਤੂੰ ਸਾਰਿਆਂ 'ਚ ਹੀ ਵਸ ਰਿਹਾ ਹੈ। ਮੈਂ ਇਹ ਧਰਮ ਦੀਆਂ ਕੰਧਾਂ ਕਰਕੇ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਵੀ ਇਹ ਹਿੰਦੂ ਹੈ, ਮੁਸਲਮਾਨ ਹੈ। ਕਹਿੰਦੇ ਸਾਰੇ ਇੱਕ ਹੀ ਮਿੱਟੀ ਤੋਂ ਬਣੇ ਨੇ, ਸੋ ਸਾਰਿਆਂ ਦਾ ਨਾਲ ਪ੍ਰੇਮ ਕਰਨਾ ਸਿੱਖ ਜਗਤ ਦਾ ਫਲਸਫਾ ਹੈ। ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਹੈ, ਇਹ ਇੱਕ ਮਨੁੱਖਤਾ ਦੇ ਹਿੱਤ ਵਿੱਚ ਅਜ਼ੀਮ ਦੇਣ ਹੈ ਮਹਾਰਾਜ ਦੀ।
ये सबना दा भला करन वाली बाणी है। भगत भंडार गुरबाणी लाल, गावत सुनत कमावत निहाल। अकाल पुरख दी ये बाणी जेड़ा भी सुनेगा, गावेगा, हिरदे विच टिकावेगा, वो निहाल होवेगा। फारसी दा लफ्ज़ है निहाल, भाव हुंदा है पूर्ण काम, कामयाब, मुरादबंद, हर इच्छा पूरी होवेगी, हर कारज उहदा सिद्ध होवेगा जेड़ा बाणी नूं कमावेगा, गावेगा। ये परमेश्वर दी वडियाई दे बोल, जिसने गाए, कमाए, श्रवण कीते, उन्हों नजात मिल गई, मुक्ति मिल गई। पहले 4 गुरु साहिबाना दी बाणी पोथियां विच सी। गुरु नानक साहब, गुरु अंगद साहब, गुरु अमरदास, गुरु रामदास। पोथियां श्री गुरु अमरदास जी दे पवित्र स्थान श्री गोइंदवाल साहब, उन्हां दे वड्डे सपुत्र बाबा मोहन जी हुणां दे कोल, उन्हां दे चुबारे ते सन, जिथे उन्हां दी रहाइश सी। गुरु अर्जन साहब पातशाह ने बाबा बुढ़ा जी, भाई गुरदास जी आदक मुखिए सिखां नूं आख्या पोथियां लै आओ, क्योंकि अजकल गुरु नानक साहब दे नाम नूं वरत के कच्चे बोल प्रगट करके बाणी दर्शाया जा रहा है उन्हां बोलां नूं मनुखता दे अगे। सो असीं तुरकी बाणी, सच्ची सुची बाणी, खरी बाणी एक जगह एकत्र करके जिल्द बन दईए, ताकि कोई कच्चे बोल इस बाणी विच दर्ज करे, मिलावट करे, ये संभव ना हो सके, ये कर्म कोई कर ना सके। तो भाई गुरदास बाबा बुढ़ा जी श्री गोइंदवाल साहब गए, पर मायूस हो के मुड़ना पिया। बाबा मोहन जी ने पोथियां ना दित्तियां। फिर श्री गुरु अर्जन देव साहिब सच्चे पातशाह श्री अमृतसर साहिब तो चल के श्री गोइंदवाल साहब गए। बाबा मोहन जी दे चुबारे दे बाहर खलोते ने आवाज दिती। बाबा मोहन जी ने दरवाजा ना खोलिया। गलुए मुबारक तो एक शब्द प्रगट किया, गुरु ग्रंथ साहिब विच दर्ज है। परमात्मा दी वडियाई है इस शब्द दे विच, और नाल नाल बाबा मोहन जी नूं असल मोहन दे मायने समझाए भी असल अर्थ की ने। तुहाडा नाम बड़ा बुलंद है, तो इस नाम दी वडियाई की है समझाउणा कीता। गौड़ी महला पंजवां, मोहन तेरे ऊंचे मंदिर महल अपारा, मोहन तेरे सोहन द्वार जियो संत धर्मशाला। अकाल पुरख दी वडियाई कीती। ऐ मन नूं मोहन वाले परमेश्वर तेरे उच्चे दरबार, तेरी बुलंद हस्ती, तेरी मजलस भी उच्ची, महल भी तेरे उच्चे। सचखंड वसै निरंकार, सच्चा तेरा खंड, सच्चा ब्रह्मंड। सचखंड तेरा बड़ा बुलंद है, उच्चा है। तो दूसरा भाव मोहन नूं समझा रहे ने भी उस अकाल पुरख वांगू चुबारा तेरा भी वावा उच्चा है। पर अकाल पुरख दे दर उत्ते साधुआं दी सभा टिकदी है, उहदे गीत गाउंदी है, साधुआं दा अदब हुंदा है। तो तेरे उच्चे चुबारे तो ते साधु खाली हथ मुड़ गए ने मायूस होके। तू बाबा मोहन कदर ही ना कीती बाबा बुढ़ा जी दी, भाई गुरदास जी दी। ये शब्द उचार रहे सन। शब्द का भाव एक ही नहीं हुंदा भी अंतरमुखी है कला, बाहर मुखी भी हुंदा है। हर तरह के इंसान नूं सोझी देण लई बाणी उचारी गई है। सो एक किंतु परंतु करना नहीं जी, ये अर्थ है वो अर्थ है। बेअंत अर्थ ने। गुरमुखी का घेरा सागर वर्गा है।
दीन दुनिया दे मालक गुरु अर्जन साहिब दे बोल चोट कर गए बाबा मोहन जी दे जहन विच। बाबा मोहन जी ने दरवाजा खोलिया ते गुरु अर्जन साहिब दा सत्कार नहीं कीता ते आखण लगे किस लिए आए हो। तो गुरु अर्जन साहिब कहंदे जी तुहाडे कोल 4 पातशाहियां दी बाणी है, असीं इकत्तर करके श्री आदि ग्रंथ साहिब दी रचना करनी चाहुंदे हां। समय दी लोड़ है, लोकाई दा भला करना है, बाणी दा बोहित तैयार करना है। गुस्से विच आ गए बाबा मोहन जी। गुरप्रताप सूरज ग्रंथ विच ये बचन लिखे ने, प्रथम हमारी वस्त लई पित पास ते, कुल भलियन की हुती गुरुता जास ते। आखण लगे पहला तुसीं सोढियां ने भलियां दा जो तख्त सी गुरता गद्दी वो मल लिया, हक साडा सी खो के तुसीं लै गए सोढियो। अगे आखण लगे लाज ना तारे हो आप, अबै चल आयो, सब गुरुअन के शब्द लैन हित तायो। तुहानू शर्म नहीं आउंदी, लाज नहीं आउंदी। अगे सब कुछ लुट लिया साडा ते हुण ये गुरुआं दे शब्द रह गए ने, पोथियां रह गईयां ने, अमुली वस्तु साडे पास वो भी लैन आ गए हो, वो भी हुण खो के लै जाओगे। ऐसे रुखे बचन बाबा मोहन जी ने गलुए मुबारक चों कढ़े। हुण गुरु अर्जन साहिब पातशाह समाधि लीन पुरुष जान के बाबा मोहन जी दा अदब करते ने। वैसे भी महाराज का सुभाव बड़ा निर्माण सी, बड़े ठंडे रहिंदे सन। और एक पक्ष ये भी है भी गुरु की कुल दा, गुरु की वंश दा अदब करना हर सिख दा फर्ज है। कई कह देंदे लो जी गुरु दियां कुलां दी गल क्यों करदे हो, कुलां दी गल कित्थे होई है। गुरु ग्रंथ साहिब कहंदे धन धन पिता, धन धन कुल, धन धन सो जननी जिन गुर जणिया माए। गुरां दी मां धन, गुरां दे पिता धन, गुरां दी कुल धन। धन धन गुरु जिन नाम आराध्या, आप तरिया जिनी डिठा तिना ले छड़ाए। गुरु परम ईश्वर दे संबंध विच जो भी है वो धनता दे जोग है। इंग्लिश दे टीकाकार भी लिखते ने, कहंदे ब्लैसड इज द मदर, ब्लैसड इज द फादर, ब्लैसड इज द लीनेज, हेल टू द मदर, हेल टू द फादर, हेल टू द लीनेज। जय जयकार कर माई बाप दी, कुल दी, वंश दी। तुण बाणी दे उल्ट जाके असी वंश नूं किदां गलत कह दईए, कुल नूं किदां गलत कह दईए। महाराज बचन सुनते रहे गुप्त आनंद विच। मैं कई बार सोचता हुन्ना है गुरु अर्जन साहिब तुसीं तते तते बोल बाबा मोहन जी दे जर गए, ये तुसीं जर सकते हो, तुहाडी ऐसी हस्ती है, तुहानू ते तती तवी तत्या ना कर सकी ते बोलां नाल की तते होना है। तुसीं मुसलमान हकीम अल्लाह यार खां जोगी अरबी फारसी उर्दू दा महान विद्वान, गंजे शहीदा शहीदाने वफा 2 पुस्तकां गुरु घर नाल संबंधित लिखदा है। वो ये बोल प्रगट करता है, अकबर भी प्याद मेरे दरबार में आया, बरकत ने मेरी फतेह था आसाम कराया। मैंने बुतो बुत खाना खुदाई भुलाया, भगवान का घर मैंने ही मस्जिद था बनाया।
बालू की तपी रेत मेरे तन पे पड़ी थी, मैं वो हूँ उबलने पे भी उफ तक नहीं की थी। उबल गए देग विच तत्ती तवी, तत्ता रेता सीस विच पैंदा है, तत्ती लू वगदी है, लकड़ा तत्तियां अग बड़ी तत्ती, जे ठंडा है ते गुरु अर्जन साहब ठंडा है। इत्थे बड़े बड़े पीर फकीर सूली चढ़न लगे, कुरला उठे पीड़ा नहीं झली जाती। क्यों? गुरु अर्जन साहब शहीदां दे सरताज ने तत्ती तवी ते बैठे कहंदे तेरा किया मीठा लागै, हर नाम पदार्थ नानक मांगै। ऐ परमात्मा अग भी तेरा रूप, मैं भी तेरा सरगुण स्वरूप, मैनू अग की कहिंदी है। आनंद विच बैठे, सड़ शरीर रहा है, जोत आनंद विच है, सूक्ष्म शरीर आनंदित है, तो शरीर ते वैसे भी सड़ना ही है। अज तवी ते सड़ रहा है, कल नूं मड़ियां विच सड़ना है। ऐसी अजमत दे मालक है। मंदा बोलिया बाबा मोहन जी ने तत्ते नहीं होए, बोल करड़े सन, पर इउं लगदा है जिवें इन्हां बोलां दे विच उस्तति छिपी होवे। लफ्ज़ां दी नब्ज़ पढ़िओ, अंदरला भाव ये निकलदा है तत्ते बोलां दे भी वस्तु भलियां दी सी, तुसीं अपनी निमरता नाल गुणां दे नाल सोढिओ, गुरता गद्दी जित लई। गुरु नानक दे तख्त दे वारस बन गए, तख्त बहै तख्ते की लायक, तुसी लायक सी, तख्त तुहानू मिल गया। हुण बाबा मोहन तत्ते तत्ते बोली जाते ने, तो गुरु अर्जन साहब हथ जोड़ के खलोते ने। ये निमरता वेख के ना ते बाबा मोहन जी बचन करदे करदे मौन विच चले गए, गुप्त हो गए, अखां चों मोती डिगण लग पए, गला खोलिया, वैराग दे विच आखण लगे महाराज गुरु अर्जन साहिब, बस तुहाडी यही निमरता ने तुहानू गुरता गद्दी दा वारस बनाया है। इस निमरता करके ही कुल कायनात दी बुलंद हस्ती तुसीं बने हो। गुरु नानक दा महान तख्त तुहानू नसीब होया है। पोथियां ते तुसीं जेती लईयां, जाओ लै जाओ। बाबे मोहन नूं भी तुसीं जित लिया, अज तो तुहाडा सेवक हो निबड़िया। ये गुरां दी निमरता, इनू कहंदे ने आपस कहो जो जाणै नीचा सोऊ गनिया सब ते ऊंचा। महाराज खेड़े विच आए, कहंदे जिस लग जगत सिमर सतनामू, होए उधार पाए सुख धामू। श्री मोहन तुम धन महाना, गुरबाणी कीनस इस थाना। आखण लगे गुरबाणी कीनस एक थाना। ऐ बाबा मोहन जी तुसी धन, तुहाडे कारण ही हुण बाणी इकत्तर होण लगी है। जेड़ा भी इस बाणी नूं पढ़े सुनेगा ओदा उधार होवेगा, और तुहानू भी इहदा फल जरूर मिलेगा। तुसी ये महान परोपकार कीता है। जन नानक बोलै ब्रह्म विचार, जो सुनै कमावै सो उतरै पार। जन्म ना मरै ना आवे ना जाए, हर सेती ओह रहै समाए। ये ब्रह्म दे बोल ने, जेड़ा सुनेगा कमावेगा वो रोगां तो सोगां तो भवसागर तो पार जावेगा। ओदा जन्म मरण कटिया जावेगा, वो परमात्मा विच अभेद होवेगा। इउं महाराज ने अगम्मी बाणी पोथियां दे रूप विच लई। पालकी साहिब दे विच पोथियां रख के अमृतसर गए। गुरु हरगोबिंद साहिब, माता गंगा जी, बाबा बुढ़ा जी, भाई गुरदास मुखीए सिख शहर तो बाहर महाराज नूं लैण गए। 1660 विक्रमी संमत रामसर दे कंढे भाई गुरदास जी तो बीड़ लिखाउणी शुरू की। 1661 विक्रमी संमत नूं भगतां भट्टां गुरमुखां प्यारियां दी बाणी एक जगह लिखवा करके दीन दुनिया दे मालक ने श्री आदि ग्रंथ साहिब की रचना कर दी। और भाई बहलो जी लाहौर
ਜਿਲਦ ਬਣਾਉਣ ਦੇ ਲਈ ਬਾਣੀ ਦੇ ਅੰਗਾਂ ਨੂੰ ਲੈ ਕੇ ਗਏ। ਜਦੋਂ ਜਿਲਦ ਬੱਝ ਕੇ ਆ ਗਈ, ਭਾਦੋਂ ਸੁਦੀ ਇੱਕ ਸ਼੍ਰੀ ਹਰਿਮੰਦਰ ਸਾਹਿਬ 1661 ਬਿਕਰਮੀ ਸੰਮਤ ਦੇ ਵਿੱਚ ਪਹਿਲਾ ਪ੍ਰਕਾਸ਼ ਹੋਇਆ। ਬਾਬਾ ਬੁੱਢਾ ਜੀ ਨੇ ਹੁਕਮਨਾਮਾ ਲਿਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਸੋ ਬਾਬਾ ਬੁੱਢਾ ਜੀ ਪਹਿਲੇ ਗੁਰੂ ਘਰ ਦੇ ਵਜ਼ੀਰ ਗ੍ਰੰਥੀ ਸਿੱਖ ਥਾਪੇ ਗਏ। ਮਹਾਨ ਦੇਣ ਸਿੱਖ ਜਗਤ ਨੂੰ, ਲੋਕਾਈ ਨੂੰ ਗੁਰੂ ਅਰਜਨ ਸਾਹਿਬ ਦੀ ਹੈ। ਸ਼ਹੀਦਾਂ ਦੇ ਸਰਤਾਜ ਨੇ। ਸਾਡਾ ਉਹਨਾਂ ਦੇ ਚਰਨਾਂ ਵਿੱਚ ਸਜਦਾ ਹੈ, ਉਹਨਾਂ ਦੀ ਸਦਾ ਹੀ ਜੈ ਜੈਕਾਰ ਹੈ। ਬਾਣੀ ਦਾ ਇਹ ਪਾਵਨ ਫੁਰਮਾਨ ਕਹਿ ਕੇ ਫਤਿਹ ਬੁਲਾਵਾਂ, ਜਗ ਔਰ ਨਾ ਯਹ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ, ਤਿਨ ਕੇ ਦੁਖ ਕੋਟਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਇਹ ਪੱਦਤ ਤੇ ਮਤ ਚੂਕੈ ਹੈ ਰੇ ਮਨ, ਭੇਦ ਬਭੇਦ ਨਾ ਜਾਣ ਬਿਓ। ਪ੍ਰਤਸ਼ ਹਿਰਦੈ ਗੁਰ ਅਰਜਨ ਕੇ, ਹਰ ਪੂਰਨ ਬ੍ਰਹਮ ਨਿਵਾਸ ਲਿਓ। ਖੁਦ ਖੁਦ ਆਪ ਗੁਰੂ ਅਰਜਨ ਬਣ ਕੇ ਪ੍ਰਗਟ ਹੋਇਆ। ਜਿਨ੍ਹਾਂ ਦੇ ਲਿਲਾਰ ਦੇ ਮਸਤਕ ਦੇ ਚੰਗੇ ਭਾਗ, ਉਹਨਾਂ ਗੁਰੂ ਅਰਜਨ ਨੂੰ ਗੁਰੂ ਧਾਰਿਆ, ਉਹਨਾਂ ਦੇ ਰੋਗ ਸੋਗ ਮਿਟ ਗਏ। ਆਓ ਗੁਰੂ ਅਰਜਨ ਸਾਹਿਬ ਅੱਜ ਪ੍ਰਗਟ ਸਰੂਪ ਨੇ, ਸ਼ਬਦਾ ਅਵਤਾਰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ। ਗੁਰੂ ਨਾਲ ਜੁੜੀਏ, ਖੰਡੇ ਦੀ ਪੌਲ ਛਕੀਏ, ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।